ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਵੇਖ ਰਹੇ ਹੋ ਕਥਾ ਗੁਰਬਾਣੀ ਵਿਚਾਰ। ਪਿਆਰੀ ਸਾਧ ਸੰਗਤ ਜੀ, ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਜੀਵਨ ਬਿਰਤਾਂਤ ਅੱਗੇ ਵਧਾਉਂਦੇ ਹੋਏ ਇੱਕ ਦਿਨ ਗੁਰੂ ਜੀ ਗੰਗਾ ਕਿਨਾਰੇ ਇਸ਼ਨਾਨ ਕਰ ਰਹੇ ਸਨ। ਆਪ ਜੀ ਦੇ ਸੁੰਦਰ ਸਰੂਪ ਨੂੰ ਵੇਖ ਕੇ ਰਾਜਾ ਫਤਿਹ ਚੰਦ ਮੈਣੀ ਦੀ ਰਾਣੀ ਦੇ ਮਨ ਵਿੱਚ ਇਹ ਵੇਖ ਕੇ ਲਾਲਸਾ ਆਈ ਕਿ ਮੇਰੇ ਘਰ ਵੀ ਇਹਨਾਂ ਵਰਗਾ ਸੁੰਦਰ ਪੁੱਤਰ ਹੋਵੇ ਤਾਂ ਮੈਂ ਵਡਭਾਗਣ ਹੋਵਾਂ। ਰਾਣੀ ਮੈਣੀ ਦੇ ਘਰ ਹੋਰ ਸਭ ਪਦਾਰਥ ਸਨ, ਪਰ ਇੱਕ ਪੁੱਤਰ ਦੀ ਘਾਟ ਸੀ। ਪੰਡਤ ਸ਼ਿਵਦੱਤ ਦੀ ਦਰਸ਼ਨ ਪ੍ਰੀਖਿਆ ਵਾਲੀ ਗੱਲ ਸੁਣ ਕੇ ਇਹ ਪਤੀ ਪਤਨੀ ਵੀ ਗੁਰੂ ਜੀ ਦੇ ਪੱਕੇ ਸ਼ਰਧਾਲੂ ਹੋ ਗਏ ਅਤੇ ਰਾਤ ਦਿਨ ਆਪ ਜੀ ਦਾ ਚਿੰਤਨ ਕਰਦੇ ਰਹਿੰਦੇ। ਇਹਨਾਂ ਦੇ ਸ਼ਿਵਦੱਤ ਅੱਗੇ ਵੀ ਹੱਥ ਜੋੜੇ ਕਿ ਸਾਨੂੰ ਗੁਰੂ ਜੀ ਪਾਸੋਂ ਪੁੱਤਰ ਦਾ ਵਰ ਦਿਵਾ ਦਿਓ। ਸ਼ਿਵਦੱਤ ਨੇ ਕਿਹਾ, ਆਪ ਜੀ ਸਭ ਦੇ ਦਿਲਾਂ ਦੀਆਂ ਜਾਣਦੇ ਹਨ, ਤੁਸੀਂ ਘਰ ਬੈਠੇ ਹੀ ਪ੍ਰੇਮ ਨਾਲ ਆਪ ਜੀ ਨੂੰ ਯਾਦ ਕਰਿਆ ਕਰੋ। ਉਹ ਪ੍ਰੇਮ ਵਸ ਹੋ ਕੇ ਆਪਣੇ ਆਪ ਹੀ ਤੁਹਾਡੇ ਘਰ ਆ ਜਾਣਗੇ। ਸ਼ਿਵਦੱਤ ਦੀ ਗੱਲ ਮੰਨ ਕੇ ਰਾਜਾ ਤੇ ਰਾਣੀ ਰਾਤ ਦਿਨ ਆਪ ਜੀ ਨੂੰ ਆਰਾਧਨ ਲੱਗੇ। ਲਗਾਤਾਰ ਆਰਾਧਨ ਕਰਕੇ ਜਦ ਇਹਨਾਂ ਦੀ ਇੱਛਾ ਤੀਬਰ ਹੋ ਗਈ ਤਾਂ ਗੁਰੂ ਜੀ ਬਾਲਕਾਂ ਨਾਲ ਖੇਡਦੇ ਖੇਡਦੇ ਰਾਜਾ ਮੈਣੀ ਦੇ ਘਰ ਚਲੇ ਗਏ। ਰਾਣੀ ਅੱਖਾਂ ਮੀਟ ਕੇ ਆਪ ਜੀ ਨੂੰ ਯਾਦ ਕਰ ਰਹੀ ਸੀ ਕਿ ਆਪ ਜੀ ਉਸ ਦੀ ਗੋਦ ਵਿੱਚ ਚੁਪਕੇ ਹੀ ਬੈਠ ਗਏ ਅਤੇ ਪਿਆਰ ਨਾਲ ਮਾਂ ਜੀ ਕਹਿਣ ਲੱਗੇ। ਇਹ ਪਿਆਰੀ ਆਵਾਜ਼ ਸੁਣ ਕੇ ਜਦ ਰਾਣੀ ਨੇ ਅੱਖਾਂ ਖੋਲ੍ਹ ਕੇ ਵੇਖਿਆ ਤਾਂ ਸਾਹਿਬਜ਼ਾਦੇ ਨੂੰ ਆਪਣੀ ਗੋਦ ਵਿੱਚ ਬੈਠਾ ਵੇਖ ਕੇ ਬਹੁਤ ਪ੍ਰਸੰਨ ਹੋਈ। ਰਾਣੀ ਨੂੰ ਪ੍ਰਸੰਨ ਵੇਖ ਕੇ ਆਪ ਜੀ ਨੇ ਕਿਹਾ, ਮਾਂ ਜੀ, ਤੁਹਾਡੀ ਇੱਛਾ ਸੀ ਕਿ ਤੁਹਾਡੇ ਘਰ ਮੇਰੇ ਵਰਗਾ ਪੁੱਤਰ ਪੈਦਾ ਹੋਵੇ, ਸੋ ਮੇਰੇ ਵਰਗਾ ਮੈਂ ਹੀ ਹਾਂ। ਤੁਸੀਂ ਮੈਨੂੰ ਹੀ ਆਪਣਾ ਪੁੱਤਰ ਸਮਝੋ। ਇਹ ਗੱਲ ਸੁਣ ਕੇ ਰਾਣੀ ਨੇ ਆਪ ਜੀ ਨਾਲ ਬਹੁਤ ਪਿਆਰ ਕਰਕੇ ਆਪਣੀ ਖੁਸ਼ੀ ਪ੍ਰਗਟ ਕੀਤੀ। ਉਪਰੰਤ ਜਦ ਰਾਣੀ ਨੇ ਆਪ ਜੀ ਅਤੇ ਸਾਥੀ ਬਾਲਕਾਂ ਵਾਸਤੇ ਨੌਕਰਾਂ ਨੂੰ ਬਾਜ਼ਾਰ ਤੋਂ ਮਠਿਆਈ ਲਿਆਉਣ ਵਾਸਤੇ ਆਖਿਆ ਤਾਂ ਆਪ ਜੀ ਨੇ ਕਿਹਾ, ਮਾਤਾ ਜੀ, ਅਸੀਂ ਖੇਡਦੇ ਆਏ ਹਾਂ ਅਤੇ ਸਾਨੂੰ ਬਹੁਤ ਭੁੱਖ ਲੱਗੀ ਹੈ। ਜੋ ਕੁਛ ਘਰ ਹੈ ਤਿਆਰ ਹੈ, ਸਾਨੂੰ ਉਹੀ ਵੰਡ ਦਿਓ। ਆਪ ਜੀ ਦਾ ਇਹ ਬਚਨ ਸੁਣ ਕੇ ਰਾਣੀ ਮੈਣੀ ਨੇ ਛੋਲਿਆਂ ਦੀਆਂ ਘੁੰਗਣੀਆਂ ਜੋ ਉਸ ਸਮੇਂ ਘਰ ਵਿੱਚ ਤਿਆਰ ਸਨ ਸਭ ਬਾਲਕਾਂ ਨੂੰ ਵੰਡ ਦਿੱਤੀਆਂ। ਘੁੰਗਣੀਆਂ ਛਕ ਕੇ ਆਪ ਜੀ ਬਹੁਤ ਪ੍ਰਸੰਨ ਹੋਏ ਅਤੇ ਕਿਹਾ, ਮਾਤਾ ਜੀ, ਅਸੀਂ ਜਦੋਂ ਵੀ ਤੁਹਾਡੇ ਘਰ ਆਈਏ ਸਾਨੂੰ ਘੁੰਗਣੀਆਂ ਹੀ ਛਕਾਇਆ ਕਰਨੀਆਂ। ਸਾਨੂੰ ਇਹ ਬੜੀਆਂ ਸਵਾਦ ਲੱਗੀਆਂ ਹਨ। ਉਪਰੰਤ ਜਦ ਵੀ ਆਪ ਬਾਲਕਾਂ ਨਾਲ ਰਾਣੀ ਦੇ ਘਰ ਜਾਂਦੇ, ਰਾਣੀ ਬੜੇ ਪ੍ਰੇਮ ਨਾਲ ਪਿਆਰ ਨਾਲ ਘੁੰਗਣੀਆਂ ਤਿਆਰ ਕਰਕੇ ਛਕਾਉਂਦੀ। ਇਹ ਪ੍ਰਾਪਤੀ ਅੱਜ ਤੱਕ ਇਸ ਤਰ੍ਹਾਂ ਹੀ ਚੱਲੀ ਆਉਂਦੀ ਹੈ ਕਿ ਇੱਥੇ ਮੈਣੀ ਸੰਗਤ ਗੁਰਦੁਆਰੇ ਵਿੱਚ ਸੰਗਤ ਨੂੰ ਘੁੰਗਣੀਆਂ ਦਾ ਪ੍ਰਸ਼ਾਦ ਹੀ ਵਰਤਾਇਆ ਜਾਂਦਾ ਹੈ। ਅਨੰਦਪੁਰ ਨੂੰ ਜਾਣ ਸਮੇਂ ਆਪ ਜੀ ਨੇ ਯਾਦਗਾਰ ਵਜੋਂ ਰਾਣੀ ਨੂੰ ਆਪਣੇ ਪੈਰਾਂ ਦੇ ਮੋਜੇ, ਆਪਣੀ ਤਸਵੀਰ ਅਤੇ ਇੱਕ ਕਟਾਰ ਦਿੱਤੇ। ਇਹ ਯਾਦਗਾਰਾਂ ਅੱਜ ਤੱਕ ਗੁਰਦੁਆਰਾ ਮੈਣੀ ਸੰਗਤ ਵਿੱਚ ਯਾਤਰਾ ਨੂੰ ਵਿਖਾਈਆਂ ਜਾਂਦੀਆਂ ਹਨ। ਰਾਜਾ ਫਤਿਹ ਚੰਦ ਨੇ ਆਪਣਾ ਇਹ ਮਕਾਨ ਗੁਰੂ ਜੀ ਨੂੰ ਅਰਪਣ ਕਰ ਦਿੱਤਾ ਸੀ, ਜੋ ਗੁਰਦੁਆਰਾ ਮੈਣੀ ਸੰਗਤ ਕਰਕੇ ਪ੍ਰਸਿੱਧ ਹੈ। ਜਨਮ ਅਸਥਾਨ ਪਟਨਾ ਤੋਂ 2 ਕੁ ਮੀਲ ਪੂਰਬ ਦਿਸ਼ਾ ਕਾਜੀ ਰਹੀਮ ਖਾਂ ਕਰੀਮ ਖਾਂ ਦਾ ਇੱਕ ਸੁੱਕਾ ਹੋਇਆ ਬਾਗ ਸੀ। ਇਹ ਸੁੱਕਾ ਹੋਇਆ ਬਾਗ ਗੁਰੂ ਤੇਗ ਬਹਾਦਰ ਜੀ ਦੇ ਇਸ ਵਿੱਚ ਕੁਝ ਸਮਾਂ ਬੈਠਣ ਨਾਲ ਹਰਿਆ ਹੋ ਗਿਆ ਸੀ, ਜਿਸ ਕਰਕੇ ਇਹ ਕਾਜੀ ਗੁਰੂ ਘਰ ਉੱਤੇ ਬਹੁਤ ਸ਼ਰਧਾ ਰੱਖਦੇ ਸਨ। ਇਹਨਾਂ ਦੇ ਜਦ ਸਾਹਿਬਜ਼ਾਦੇ ਦੇ ਦਰਸ਼ਨ ਕੀਤੇ ਤਾਂ ਸਤਿਕਾਰ ਵਜੋਂ ਇਹ ਬਾਗ ਸਾਹਿਬਜ਼ਾਦੇ ਨੂੰ ਭੇਟਾ ਕਰ ਦਿੱਤਾ, ਜੋ ਇਸ ਸਮੇਂ ਗੁਰਦੁਆਰਾ ਜਨਮ ਅਸਥਾਨ ਦੀ ਮਾਲਕੀਅਤ ਹੈ ਅਤੇ ਗੁਰੂ ਕਾ ਬਾਗ ਕਰਕੇ ਪ੍ਰਸਿੱਧ ਹੈ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।